ट्रिग्नोमेट्री ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਆ ਇਹ ਰਾਈਟ ਐਂਗਲ ਟ੍ਰਾਇੰਗਲ ਜਿਹੜੀ ਸਮਕੋਣ ਤਿਕੋਣ ਦੀ ਗੱਲ ਕੀਤੀ ਨਾ ਇਹਦੇ ਉੱਪਰ ਬੇਸਡ ਹੈ ਮੇਨਲੀ। ਰਾਈਟ ਐਂਗਲ ਟ੍ਰਾਇੰਗਲ ਦੇ ਬਾਰੇ ਤੁਹਾਨੂੰ ਦੇਖੋ ਪਤਾ ਹੋਣਾ ਚਾਹੀਦਾ, ਇਹ ਤੁਹਾਨੂੰ ਦੱਸਿਆ ਹੋਇਆ ਮੈਂ। ਆਹ ਵਾਲਾ ਕੋਣ ਕਿੰਨੇ ਦਾ ਹੁੰਦਾ? 90 ਦਾ। 90 डिग्री में। ਮੰਨ ਲਓ ਕਿ ਇਹ ਹੈ A B ਤੇ C, ਤੁਹਾਨੂੰ ਦੱਸਿਆ ਹੋਇਆ ਮੈਂ ਆ ਕੀ ਹੁੰਦਾ perpendicular ਹਾਈਪੋਟੇਨਿਊਜ਼ ਬੇਸ ਆਧਾਰ, ਠੀਕ ਹੈ, ਇਹਨੂੰ ਬੋਲਦੇ ਆਧਾਰ। ਹੁਣ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਮੇਨ ਕਨਸੈਪਟ ਦੇਖੋ ਕੀ ਹੁੰਦਾ, AB ਸਕੁਅਰ ਕਰੰਟ ਦਾ ਸਕੁਅਰ ਕਿਹਦੇ ਬਰਾਬਰ ਹੁੰਦਾ? ਬੇਸ ਦਾ ਸਕੁਅਰ ਪਲਸ लंब ਪਰਪੈਂਡੀਕੁਲਰ ਦਾ ਸਕੁਅਰ, ਜੇ ਤੁਹਾਨੂੰ ਪਤਾ ਲੰਬ ਸਕੁਅਰ, ਠੀਕ ਹੈ। ਤੇ ਇਹਨੂੰ ਇੱਕ ਟ੍ਰਿਕ ਹੁੰਦਾ ਕਾਲੀਆ, ਮੇਨਲੀ ਤੁਹਾਨੂੰ ਟੀਚਰ ਨੇ ਦੱਸਿਆ ਹੋਣਾ ਸ਼ਾਇਦ। ਇਹ ਕਾਲੀਆ ਦਾ ਮਤਲਬ ਕੱਕੇ ਤੋਂ ਕਰਨ ਨੂੰ ਮੰਨ ਲੈਂਦੇ ਆ, ਕਰਨ ਸਕੁਅਰ। ਕਈ ਬੱਚਿਆਂ ਨੂੰ ਜਿੱਦਾਂ ਭੁੱਲ ਜਾਂਦਾ ਨਾ ਫਾਰਮੂਲਾ ਇਹ ਕਾਲੀਆ, ਇਹਦਾ ਮਤਲਬ ਹੁੰਦਾ ਲੰਬ, ਠੀਕ ਹੈ। ਤੇ ਐੜੇ ਤੋਂ ਕੀ ਪੈਣਾ? ਆਧਾਰ। ਕਾਲੀਆ ਤੋਂ ਕੀ ਬਣ ਗਿਆ? ਕਰਨ ਸਕੁਅਰ ਬਰਾਬਰ ਲੰਬ ਸਕੁਅਰ ਤੇ ਆਧਾਰ ਸਕੁਅਰ, ਠੀਕ ਹੈ। ਬਾਕੀ ਜੇ ਤੁਹਾਨੂੰ ਵੈਸੇ ਹੀ ਯਾਦ ਰਹਿੰਦਾ ਤੇ ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਵੈਸੇ ਆਹ ਤੁਹਾਡੇ ਕੋਲ ਕੀ ਹੁੰਦਾ? ਕਰਨ, ਆਹ ਹੁੰਦਾ ਆਧਾਰ, ਆਹ ਹੁੰਦਾ, ਠੀਕ ਹੈ। ਇਹਦੇ ਵਿੱਚ ਜੇ ਮੰਨ ਲਓ ਅਸੀਂ ਐਂਗਲ ਲੈਣੇ ਥੀਟਾ, ਇਹਦੇ ਵਿੱਚ ਇੱਕ ਚੀਜ਼ ਅਸੀਂ ਥੀਟਾ ਬੋਲ ਦਿੰਦੇ ਆ। ਥੀਟਾ ਕੀ ਹੁੰਦਾ ਵਾ? ਇੱਕ ਐਂਗਲ ਦਾ ਨਾਮ ਦਿੱਤਾ ਹੋਇਆ, ਐਂਗਲ ਨੂੰ ਮੈਜ਼ਰ ਕਰਨ, ਐਂਗਲ ਨੂੰ ਡਿਨੋਟ ਕੀਤਾ ਹੋਇਆ, ਇਹਨੂੰ ਕੀ ਕਹਿੰਦੇ? ਥੀਟਾ। ਕੀ ਬੋਲਦੇ ਇਹਨੂੰ? थीटा। ਨਾਮ ਸੁਣਿਆ? थीटा। ਥੀਟਾ, ਇਹਨੂੰ ਬੋਲਦੇ ਥੀਟਾ। ਜਿਹੜੀਆਂ ਦੇਖੋ ਮੇਨ ਚੀਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੇਨ ਟ੍ਰਿਗਨੋਮੈਟ੍ਰੀਕਲ ਰੇਸ਼ੋਜ਼ ਦਾ ਪਤਾ ਹੋਣਾ ਚਾਹੀਦਾ। ਸਾਈਨ ਕੋਸ ਥੀਟਾ, मैम tan ਟੈਨ थीटा। ਥੀਟਾ, ਹੋਰ ਕਿਹੜੇ ਹੁੰਦੇ ਤਿੰਨ? कोसेकेंड शायद। ਸੀਕੈਂਟ ਮੈਮ, सेकेंड मैम सेकेंड भी ਕੋਸੀਕੈਂਟ कोसेकेंड ਤੇ ਕੋਟ। कॉट में। ਆ ਮੇਨ 6 ਹੁੰਦੇ ਆ। ਸਾਈਨ ਥੀਟਾ, ਕਾਸ ਥੀਟਾ, ਟੈਨ ਥੀਟਾ, ਸੀਕੈਂਟ ਥੀਟਾ, ਕੋਸੀਕੈਂਟ ਐਂਡ ਕਾਟ, ਠੀਕ ਹੈ। ਹਾਂਜੀ जी ਮੈਮ। ਹੁਣ मैम। ਦੇਖੋ ਸਾਈਨ ਥੀਟਾ, ਕਾਸ ਤੇ ਟੈਨ ਕੀ ਹੁੰਦਾ? ਜਿਹੜਾ ਸਾਈਨ ਥੀਟਾ ਹੁੰਦਾ ਵਾ, ਸਾਈਨ ਕਿਹਦੇ ਬਰਾਬਰ ਹੁੰਦਾ? ਦੇਖੋ ਲੰਬ, ਮੈਮ ਸਨਮੁਖ ਭੁਜਾ ਬਟਾ ਕਰਨ। ਹਾਂ ਸਨਮੁਖ ਭੁਜਾ, ਦੇਖੋ ਇਹਦੀ ਕਿਹੜੀ ਆ? ਲੰਬ ਬਟਾ ਕਰਨ, ਠੀਕ ਹੈ। ਇਹਦਾ ਫਾਰਮੂਲਾ ਦੇਖੋ ਕੀ ਹੁੰਦਾ ਯਾਦ ਰੱਖਣ ਦਾ? ਲੰਬ ਬਟਾ ਕਰਨ। ਤੇ ਜਿਹੜਾ cos ਹੁੰਦਾ ਵਾ ਇਹ ਕੀ ਹੁੰਦਾ? ਆਧਾਰ ਬਟਾ ਕਰਨ। ਹਾਂ, ਬੇਸ ਅਪਨ ਹਾਈਪੋਟੇਨਿਊਜ਼। ਇਹ ਕੀ ਬਣ ਗਿਆ ਤੁਹਾਡੇ ਕੋਲ? ਆਧਾਰ ਬਟਾ ਕਰਨ। ਮੈਮ ਲੰਬ ਨੂੰ ਇੰਗਲਿਸ਼ ਕੀ ਕਹਿੰਦੇ? ਪਰਪੈਂਡੀਕੁਲਰ। परपेंडिकुलर। ਤੇ tan ਥੀਟਾ ਕੀ ਹੁੰਦਾ? ਮੈਮ ਲਾਜ਼ਮੀ ਭੁਜਾ ਬਟਾ ਕਰਨ। ਹਾਂ ਸਨਮੁਖ ਤੇ ਲਾਜ਼ਮੀ ਸਨਮੁਖ ਕੀ ਹੁੰਦੀ ਆ? ਲੰਬ ਬਟਾ ਆਧਾਰ, ਠੀਕ ਹੈ। ਇਹਨੂੰ ਅਸੀਂ ਕੀ ਕਹਿ ਸਕਦੇ ਹਾਂ? ਲੰਬ ਬਟਾ ਆਧਾਰ। ਲੰਬ ਬਟਾ ਆਧਾਰ। ਲੰਬ ਬਟਾ ਆਧਾਰ ਕੰਸੈਪਟ ਬੇਸਿਕਲੀ ਤੁਹਾਨੂੰ ਸਮਝ ਆਉਣਾ ਚਾਹੀਦਾ। ਤੁਸੀਂ ਦੇਖ ਲਓ ਜਿੱਥੋਂ ਵੀ ਸਮਝ ਆ ਰਿਹਾ, ਠੀਕ ਹੈ। ਹੁਣ ਇਹਨੂੰ ਦੇਖੋ ਕਰਨ ਦਾ ਕੀ ਤਰੀਕਾ ਤੁਹਾਨੂੰ ਦੱਸਿਆ ਹੋਇਆ ਇਹਨਾਂ ਨੇ? ਸ਼ਾਰਟਕਟ ਟ੍ਰਿਕ ਕੋਈ ਪੰਡਤ ਬਦਰੀ ਪ੍ਰਸਾਦ ਵਾਲਾ? जी मैम दस्या। पंडित बद्री प्रसाद हर हर बोले। हाँ, पंडित बद्री प्रसाद बोले। पंडित तो पी लिख लेना, बद्री तो बी लिख लेना, प्रसाद तो पी, हर हर एच एच बोले तो बी। ਇਹਦਾ ਮਤਲਬ ਦੇਖੋ ਕੀ ਆ? ਓਵਰ ਐਚ। ਪੀ ਕੀ ਹੁੰਦਾ? ਪਰਪੈਂਡੀਕੁਲਰ। ਐਚ ਕੀ ਹੁੰਦਾ? ਹਾਈਪੋਟੇਨਿਊਜ਼। ਤੇ ਆ ਕੀ ਬਣ ਗਿਆ ਤੁਹਾਡੇ ਕੋਲ? ਸਾਈਨ ਥੀਟੇ ਦਾ ਫਾਰਮੂਲਾ। ਯਾਦ ਰੱਖਣ ਦਾ ਤਰੀਕਾ, ਠੀਕ ਹੈ। ਪੰਡਤ ਬਦਰੀ ਪ੍ਰਸਾਦ ਹਰ ਹਰ ਬੋਲੇ, ਇਹ ਕੀ ਹੈ? ਪਰਪੈਂਡੀਕੁਲਰ ਓਵਰ ਹਾਈਪੋਟੇਨਿਊਜ਼। ਲੰਬ ਬਟਾ ਕਰਨ। ਤੇ ਬੀ ਤੇ ਐਚ ਕੀ ਹੈ? ਬੀ ਬਟਾ ਐਚ। ਤੇ ਇਹ ਕੀ ਹੁੰਦਾ ਤੁਹਾਡੇ ਕੋਲ? cos ਥੀਟਾ। cos थीटा। ਪੀ ਓਵਰ ਬੀ, ਪਰਪੈਂਡੀਕੁਲਰ ਓਵਰ ਬੇਸ। ਤੇ ਆਹ ਵਾਲੀ ਚੀਜ਼ ਤੁਹਾਡੇ ਕੋਲ ਕੀ ਹੁੰਦੀ ਆ? tan। ਠੀਕ ਹੈ। ਟੈਨ ਥੀਟਾ। cos tan ਤੁਹਾਡੇ ਕੋਲ ਹੋ ਗਏ। जी मैम। tan ਹੁੰਦਾ ਵਾ, ਹੋਰ ਆਪਾਂ tan ਨੂੰ ਕੀ ਲਿਖ ਸਕਦੇ ਆ? tan ਥੀਟਾ ਕਿੰਨਾ? sin ਥੀਟਾ ਓਵਰ cos ਥੀਟਾ, ਠੀਕ ਹੈ। sin ਕਿਹਦੇ ਬਰਾਬਰ ਹੁੰਦਾ? ਸੌਰੀ tan ਕਿਹਦੇ ਬਰਾਬਰ ਹੁੰਦਾ? sin ਓਵਰ cos। ਆ tan ਹੈ ਕਿਹਦੇ ਬਰਾਬਰ ਹੁੰਦਾ? sin ਓਵਰ cos। ਪਹਿਲਾਂ ਦੱਸੋ ਇੰਨਾ ਕਲੀਅਰ ਹੋਇਆ? हाँ जी मैम। जी मैम। ਜੀ ਮੈਮ। ਹਾਂਜੀ, ਉਸ ਤੋਂ ਬਾਅਦ ਦੇਖੋ ਕੀ ਹੈ? sin cos tan ਦੀ ਗੱਲ ਹੋ ਗਈ।
ਸਾਈਨ ਕੋਸ ਟੈਨ ਜੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ, ਸੀਕੈਂਟ ਕੋਸੀਕੈਂਟ ਕਾਟ ਸਮਝਣਾ ਬਹੁਤ ਈਜ਼ੀ ਆ। ਕਿਉਂ? ਕਿਉਂਕਿ ਸੀਕੈਂਟ ਜਿਹੜਾ ਹੁੰਦਾ ਵਾ ਇਹ ਕਿਹਦੇ ਉਲਟ ਹੁੰਦਾ, ਬੋਲੋ? ਮੈਮ ਸਾਈਨ ਦੇ। ਨਹੀਂ, ਕੋਸ ਦੇ ਮੈਮ। 1 ਓਵਰ ਕੋਸ ਦੇ cos ਮੈਮ। ਕੋਸੀਕੈਂਟ ਕੀ ਹੁੰਦਾ? 1 ਓਵਰ ਮੈਮ ਸਾਈਨ ਤੇ। ਸਾਈਨ ਦੇ। ਸਾਈਨ ਦੇ। ਕਾਟ ਕੀ ਹੁੰਦਾ? 1 ਓਵਰ ਮੈਮ ਟੈਨ ਦੇ। tan। ਹੁਣ ਦੇਖੋ ਇਹਨੂੰ ਯਾਦ ਰੱਖਣ ਦਾ ਕੀ ਤਰੀਕਾ, ਸੀਕੈਂਟ ਦੇਖੋ ਆ ਤਿੰਨਾਂ ਤੋਂ ਮਿਲ ਕੇ ਹੀ ਇਹਨਾਂ ਦੇ ਫਾਰਮੂਲੇ ਬਣ ਜਾਂਦੇ ਆ, ਤਿੰਨਾਂ ਤੋਂ ਮਿਲ ਕੇ। ਹੁਣ ਉਹ ਕਿੱਦਾਂ ਬਣਦੇ ਆ? ਸੀਕੈਂਟ ਕੋਸੀਕੈਂਟ ਤੇ ਕਾਟ ਜਿਹੜੇ ਵਾ ਇਹ ਤਿੰਨੋਂ ਹੀ ਇਹਨਾਂ ਦੇ ਰੈਸੀਪ੍ਰੋਕਲ ਹੁੰਦੇ ਆ। ਰੈਸੀਪ੍ਰੋਕਲ ਮਤਲਬ ਉਲਟ ਹੁੰਦੇ ਇਹਨਾਂ ਦੇ। ਸੀਕੈਂਟ ਕਿਹਦਾ ਉਲਟ ਹੋਗਾ? 1/cos। ਦੇਖੋ ਆ s ਤੋਂ ਸ਼ੁਰੂ ਹੁੰਦਾ ਨਾ, ਹਾਂਜੀ ਇਹਦਾ जी ਉਲਟ मैम। ਜੀ ਮੈਮ। ਤੇ ਆ c ਤੋਂ ਸ਼ੁਰੂ ਹੁੰਦਾ ਤੇ ਇਹਦਾ ਉਲਟ s ਤੋਂ ਸ਼ੁਰੂ ਹੋਣਾ। ਤੇ tan ਦਾ cot ਹੁੰਦਾ ਹਮੇਸ਼ਾ, tan ਦਾ cot। ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ, ਬਸ ਦੇਖੋ ਸਿੰਪਲ ਆ ਸੀਕੈਂਟ ਕੀ ਆ? ਸੀਕੈਂਟ ਤੇ ਕੋਸੀਕੈਂਟ ਜਿਹੜੇ ਆ ਇਹ ਦੋਨੋਂ ਸਾਈਨ ਤੇ cos ਦੇ ਉਲਟ ਹੁੰਦੇ ਆ। ਹੁਣ ਯਾਦ ਰੱਖਣ ਦਾ ਕੀ ਤਰੀਕਾ ਵਾ, ਇਹ s ਤੋਂ ਸ਼ੁਰੂ ਹੁੰਦਾ, s ਤੇ s ਵਾਲਾ ਨਹੀਂ ਆਣਾ, ਸਾਈਨ ਵਾਲਾ ਨਹੀਂ ਆਣਾ, s ਦੇ ਨੀਚੇ ਕਿਹੜਾ ਆਣਾ? c ਵਾਲਾ। ਤੇ c ਦਾ ਕਿੰਨਾ sin ਲੱਗਣਾ? वाला ਇਸ ਕਰਕੇ ਸੀਕੈਂਟ ਕਿਹਦੇ ਉਲਟ ਹੋਣਾ? 1/cos ਦੇ, ਤੇ ਕੋਸੀਕੈਂਟ ਕਿਹਦੇ ਉਲਟ ਹੋਣਾ? cos 1/sin। दे sin दे। ਸਮਝ ਆ ਗਈ? जी मैम। tan ਯਸ ਮੈਮ। ਆਏਗਾ sin over cos ਤੇ। ਉਸ ਤੋਂ ਬਾਅਦ ਅੱਗੇ ਫਿਰ ਮੈਂ ਤੁਹਾਨੂੰ ਇਹਦੇ ਹੋਰ ਅੱਗੇ ਫਾਰਮੂਲੇ ਦੱਸਦੀ ਆ, ਉਹ ਵੀ ਬੜੇ ਹਾਂਜੀ ਸ਼ਾਰਟਕਟ ਤੁਹਾਨੂੰ ਦੱਸ ਦਾਂਗੀ। ਸ਼ਾਰਟਕਟ ਟ੍ਰਿਕ ਨਹੀਂ ਹੈ, ਮਤਲਬ ਯਾਦ ਕਰਨ ਦਾ ਤਰੀਕਾ ਦੱਸ ਦੂੰਗੀ। ਹਾਂਜੀ ਦੇਖੋ ਇਹਦੇ ਵਿੱਚ ਅਸੀਂ ਕੀ ਕਰਨਾ ਹੁੰਦਾ, ਇੱਕ ਤੁਹਾਨੂੰ ਮੈਂ ਮੈਜੀਕਲ ਹੈਕਸਾਗਨ ਵਾਲਾ ਕਰਵਾਇਆ ਤੁਹਾਨੂੰ ਟੀਚਰ ਨੇ। ਮੈਜੀਕਲ ਹੈਕਸਾਗਨ ਮੈਂ ਤੁਹਾਨੂੰ ਇਹਦੇ ਥਰੂ ਫਾਰਮੂਲੇ ਸਾਰੇ ਲਰਨ ਕਰਵਾ ਦੇਣੇ, ਤੁਹਾਨੂੰ ਹੁਣੀ ਯਾਦ ਹੋ ਜਾਣੇ ਆ ਜੇ ਤੁਸੀਂ ਚੰਗੀ ਤਰ੍ਹਾਂ ਟ੍ਰਿਕ ਸਮਝ ਲਓਗੇ ਤਾਂ ਸਾਰੇ ਦੇ ਸਾਰੇ ਕੁਐਸਚਨ ਹੋ ਜਾਣੇ। ਫਿਰ ਪਹਿਲਾਂ ਆ ਚੀਜ਼ ਬਣਾ ਲਈ, ਕਿੰਨੀਆਂ ਸਾਈਡਸ? ਹਾਂਜੀ 1 2 ਹਾਂਜੀ ਹਾਂਜੀ ਮੈਮ। ਮੈਮ। 4 5 6 6 ਸਾਈਡਸ ਬਣ ਗਈਆਂ, ਠੀਕ ਹੈ। ਇਸ ਵਾਲੀ ਸਾਈਡ ਤੇ ਲਿਖੋ sin ਥੀਟਾ, ਇੱਥੇ ਲਿਖੋ cos ਥੀਟਾ, ਇੱਥੇ ਲਿਖੋ tan ਥੀਟਾ, sin cos tan। ਪਹਿਲਾਂ sin cos ਇਸ ਸਾਈਡ ਤੋਂ ਕਰ ਦੋ tan, ਠੀਕ ਹੈ। sin cos tan ਨੂੰ ਇੱਥੇ ਨਹੀਂ ਲਿਖਣਾ, sin cos ਉਸ ਤੋਂ ਬਾਅਦ tan ਇੱਥੋਂ ਸ਼ੁਰੂ ਕਰਨਾ। ਆ ਸੀਕੁਐਂਸ ਤੁਹਾਨੂੰ ਸਹੀ ਬਿਲਕੁਲ ਯਾਦ ਹੋਣਾ ਚਾਹੀਦਾ, ਫਿਰ ਫਾਰਮੂਲੇ ਸਹੀ ਬਣਨੇ ਆ। ਜੇ ਇਹਨੂੰ ਇੱਕ ਅੱਧੇ ਨੂੰ ਵੀ ਇੱਧਰ ਉੱਧਰ ਲਿਖਤਾ ਫਾਰਮੂਲੇ ਗਲਤ ਬਣ ਜਾਣਾ, ਠੀਕ ਹੈ। ਇਸੇ ਕਰਕੇ ਦੇਖੋ ਮੈਂ ਤੁਹਾਨੂੰ ਕਿਹਾ ਸੀਗਾ ਇਹਨੂੰ ਲਰਨ ਨਹੀਂ ਏਦਾਂ ਕਰੋ, sin cos tan secant cosecant cot। ਇਦਾਂ ਇਹਨਾਂ ਦਾ ਸੀਕੁਐਂਸ ਏਦਾਂ ਹੁੰਦਾ, sin cos tan secant cosecant cot। ਹੁਣ ਇਹ ਵੀ ਸਮਝਣਾ, sin cos tan secant cosecant cot। tan ਤੋਂ ਬਾਅਦ ਕੀ ਬਣਨਾ? secant, ਆ ਬਣ ਗਿਆ cosecant ਤੇ ਆ ਕੀ ਬਣ ਗਿਆ cot। ਉਸ ਤੋਂ ਬਾਅਦ ਦੇਖੋ ਕੀ ਕਰਨਾ ਤੁਸੀਂ, ਇਹਨਾਂ ਦੀ ਆਪੋਜ਼ਿਟ ਇਹਨਾਂ ਨੂੰ ਜੁਆਇਨ ਕਰ ਦਿਓ, ਇਹਨੂੰ ਇਹਦੇ ਨਾਲ ਜੋੜ ਦਿਓ, ਡਾਇਗੋਨਲ ਜਿੱਦਾਂ ਤੁਹਾਨੂੰ ਦੱਸਿਆ ਹੋਇਆ, ਇਹਨੂੰ ਇਹਦੇ ਨਾਲ ਤੇ ਇਹਨੂੰ ਇਹਦੇ ਨਾਲ ਜੋੜ ਦਿਓ, ਠੀਕ ਹੈ। ਇਦਾਂ ਉਸ ਤੋਂ ਬਾਅਦ ਇੱਥੇ ਲਿਖ ਲਓ 1। ਹਾਂਜੀ ਹਾਂਜੀ ਮੈਮ। ਤੁਹਾਡਾ ਸੈਂਟਰ ਇਹਨੂੰ 1 ਮੰਨ ਲਓ, ਇੱਕ ਆ ਇੱਥੇ 1 ਲਿਖੋ। ਹੁਣ ਦੇਖੋ ਟ੍ਰਾਇੰਗਲਸ ਬਣਦੀਆਂ ਪਈਆਂ ਨੇ, ਕਿੰਨੀਆਂ ਟ੍ਰਾਇੰਗਲਸ ਆ? 1 2 3 4 5 6। ਤੁਸੀਂ ਆ ਸਾਈਨ ਤੇ ਕਾਜ਼ ਵਾਲੀ ਪਹਿਲੀ ਟ੍ਰਾਇੰਗਲ ਨੂੰ ਇਸ ਤਰ੍ਹਾਂ ਘੁਮਾਓ, ਇਹਨੂੰ ਛੱਡ ਦਿਓ, ਦੂਸਰੇ ਵਾਲੇ ਨੂੰ, ਥਰਡ ਵਾਲੇ ਨੂੰ ਇਦਾਂ ਘੁਮਾ ਦਿਓ, ਇਹਨੂੰ ਛੱਡ ਦਿਓ ਤੇ ਇਸ ਚੀਜ਼ ਨੂੰ ਘੁਮਾ ਦਿਓ। ਹੁਣ ਆ ਹੈਗਾ 1, ਪਹਿਲੀ ਟ੍ਰਾਇੰਗਲ ਇੱਕ ਛੱਡੀ ਫਿਰ ਲਈ, ਇੱਕ ਛੱਡਤੀ ਫਿਰ ਆਪਾਂ ਆ ਐਰੋ ਪਾਇਆ। ਹੁਣ ਐਰੋ ਦਾ ਮਤਲਬ ਦੇਖੋ ਕੀ ਆ, ਐਰੋ ਦਾ ਮਤਲਬ ਆ ਸਾਈਨ ਤੋਂ ਸ਼ੁਰੂ ਹੈ। ਐਰੋ ਦਾ ਦੇਖੋ ਕਿੱਥੋਂ ਸ਼ੁਰੂ ਹੁੰਦੀ ਪਈ ਟੇਲ, ਸਾਈਨ ਤੋਂ ਸ਼ੁਰੂ ਆ, ਫਿਰ cos ਆਇਆ, cos ਤੋਂ ਬਾਅਦ 1 ਆਇਆ, ਠੀਕ ਹੈ। ਮਤਲਬ ਇਹ ਇੰਡੀਕੇਟ ਕਰਦਾ ਸਾਈਨ cos, ਇਹ ਕਹਿੰਦਾ ਪਹਿਲਾਂ ਸਾਈਨ ਆਇਆ ਫਿਰ cos ਆ, ਉਸ ਤੋਂ ਬਾਅਦ 1 ਤੇ ਫਿਰ ਪਹੁੰਚੇ ਸੀ, ਪਲੱਸ cos ਸਕੁਆਇਰ ਥੀਟਾ ਕਿਹਦੇ ਇਕੁਅਲ ਬਣ ਗਿਆ? 1 ਦੇ, ਠੀਕ ਹੈ। ਅਸੀਂ ਸਾਈਨ cos ਤੇ ਸਕੁਆਇਰ ਸਕੁਆਇਰ ਕਰਕੇ ਬਰਾਬਰ ਕਰਨਾ, ਇਹ ਪਹਿਲੀ ਆਇਡੈਂਟੀਟੀ ਆ, ਪਹਿਲਾ ਫਾਰਮੂਲਾ ਬਣਿਆ ਹੁੰਦਾ। ਹੁਣ ਆਹ ਵਾਲੀ ਟ੍ਰਾਇੰਗਲ ਦੇਖੋ, ਇਹਦਾ ਐਰੋ ਕਿੱਥੋਂ ਸ਼ੁਰੂ ਹੁੰਦਾ ਪਿਆ? 1 ਤੋਂ ਸ਼ੁਰੂ ਹੁੰਦਾ ਪਿਆ, ਇੱਥੇ ਲਿਖ ਲਓ ਫਿਰ 1 ਤੋਂ ਸ਼ੁਰੂ ਹੋ ਰਿਹਾ ਨਾ ਇਹਦਾ ਐਰੋ। ਆ ਮੈਂ ਪਹਿਲੇ ਫਾਰਮੂਲੇ ਵਾਸਤੇ ਪਹਿਲੀ ਡਾਇਗਰਾਮ ਬਣਾਤੀ, ਇੱਥੇ ਕੀ ਹੈ cot 1 plus cot ਸਕੁਆਇਰ, ਇਹਨਾਂ ਦੋਨਾਂ ਦਾ ਸਾਰਿਆਂ ਦਾ ਸਕੁਆਇਰ ਹੀ ਕਰਾਂ। 1 ਸਕੁਆਇਰ ਦੇਖੋ 1 ਹੀ ਹੁੰਦਾ, ਇਸ ਕਰਕੇ ਮੈਂ ਸਕੁਆਇਰ ਨਹੀਂ ਲਿਖਿਆ ਇੱਥੇ। ਸਮਝ ਆ ਗਈ?
हाँ जी मैम। 1 plus cot square ਕਿਹਦੇ ਇਕੁਅਲ ਜੀ ਬਣ ਗਿਆ ਮੈਮ। cosecant square ਦੇ। ਆ ਤੀਸਰਾ ਹੁਣ ਬਣਾ ਕੇ ਦੱਸੋ ਕੀ ਬਣੇਗਾ ਤੀਸਰਾ ਫਾਰਮੂਲਾ ਐਰੋ ਨੂੰ ਦੇਖ ਕੇ। मैम मैम tan स्क्वायर प्लस 1 स्क्वायर बराबर है secant स्क्वायर। ਬਿਲਕੁਲ ਠੀਕ ਹੈ tan square ਥੀਟਾ plus 1 ਕਿਹਦੇ ਇਕੁਅਲ ਹੈ secant square ਥੀਟਾ ਦੇ। ਠੀਕ ਹੈ ਜਿੱਦਾਂ ਹੁਣ ਸਾਡੇ ਕੋਲ ਕੀ ਬਣ ਗਿਆ ਹੁਣ ਆਹ ਚੀਜ਼ ਪਹਿਲਾਂ ਤੁਹਾਨੂੰ ਸਮਝ ਆ ਗਈ ਬੋਲੋ sin हाँ जी मैम। यस मैम ठीक है sin square plus cos square ਜੀ कितना मैम। बन गया 1 ਦੇ ਇਕੁਅਲ ਬਣ ਗਿਆ ਉਸ ਤੋਂ ਬਾਅਦ ਕੀ ਬਣ ਗਿਆ 1 plus cot square ਕਿਹਦੇ ਇਕੁਅਲ ਬਣ ਗਿਆ ਕੁਛ हाँ जी tan square plus 1 ਕਿਹਦੇ ਇਕੁਅਲ ਬਣ ਗਿਆ secant square ਦੇ ਇਕੁਅਲ ਬਣ ਗਿਆ। ਹੁਣ ਇਹਨਾਂ ਤਿੰਨਾਂ ਤੋਂ ਅੱਗੇ ਇੱਕ ਚੀਜ਼ ਤੁਹਾਨੂੰ ਪਲੱਸ ਮਾਈਨਸ ਜੇ ਕਰਨੀ ਆਉਂਦੀ ਹੈ ਫਿਰ ਤੁਹਾਨੂੰ ਸਾਰਾ ਪਤਾ ਹੀ ਆ ਇਹ ਸੀ ਪਹਿਲਾ ਫਾਰਮੂਲਾ ਹੁਣ ਦੇਖੋ ਇਹਦੇ ਤੋਂ ਦੋ ਹੋਰ ਬਣ ਜਾਣੇ sin square ਥੀਟਾ ਨੂੰ ਇੱਥੇ ਰੱਖੋ ਬਸ ਇਕੁਅਲ ਟੂ ਕਰੋ 1 ਇੱਧਰ ਪਹਿਲਾਂ ਹੀ ਪਿਆ ਹੈ 1 ਨੂੰ ਇੱਥੇ ਪਿਆ ਹੈ ਇਹ cos square ਨੂੰ ਦੂਸਰੀ ਤਰਫ ਲੈ ਜਾਓ मैम cos माइनस कर देना। ਹਾਂ ਇੱਧਰ ਪਲੱਸ ਦਾ cos ਇੱਧਰ ਜਾ ਕੇ ਕੀ ਬਣ ਗਿਆ ਮਾਈਨਸ ਦਾ cos ਇਹ ਤੁਹਾਡੇ ਕੋਲ ਬਣ ਗਿਆ ਇਸੇ ਫਾਰਮੂਲੇ ਤੋਂ ਦੂਸਰੀ ਟਾਈਪ ਦੀ ਆ ਬਣ ਗਈ sin square ਥੀਟਾ ਕਿਹਦੇ ਇਕੁਅਲ ਹੁੰਦਾ 1 cos square ਥੀਟਾ ਦੇ। ਠੀਕ ਹੈ ਹੁਣ sin square ਨੂੰ ਬਰਾਬਰ ਕੀਤਾ ਤੁਹਾਨੂੰ cos square ਨੂੰ ਬਰਾਬਰ ਕਰੋ ਤੇ sin ਉਧਰ ਲੈ ਜਾਓ ਕੀ ਬਣੇਗਾ cos square cos square बराबर 1 जी हाँ माइनस जी 1 मैम माइनस cos sin स्क्वायर square बराबर माइनस साइन स्क्वायर। ਠੀਕ ਹੈ ਇਹ ਇੱਕ ਫਾਰਮੂਲੇ ਤੋਂ ਦੇਖੋ ਦੋ ਹੋਰ ਬਣ ਗਏ ਮਤਲਬ ਤਿੰਨ ਫਾਰਮੂਲੇ ਤੁਹਾਡੇ ਇਹ ਵਾਲੇ ਬਣ ਗਏ ਸਮਝ ਆ ਗਈ। ਉਸ ਤੋਂ ਬਾਅਦ हाँ जी ਦੇਖੋ मैम। जी मैम cot square ਦੀ ਗੱਲ ਕਰੀਏ ਸੈਕੰਡ ਫਾਰਮੂਲਾ ਬਣਦਾ ਪਿਆ 1 plus cot square ਥੀਟਾ ਇਹ ਕਿਹਦੇ ਇਕੁਅਲ ਬਣਦਾ ਪਿਆ cosecant square ਥੀਟਾ ਦੇ। ਹਾਂਜੀ ਇਹਦੇ ਵਿੱਚ ਕੀ ਬਣ ਸਕਦਾ ਪਹਿਲਾਂ ਕੱਲੇ 1 ਨੂੰ ਇੱਧਰ ਰੱਖ ਸਕਦੇ ਸੀ ਇੱਧਰ ਪਹਿਲਾਂ ਹੀ ਕੀ ਪਿਆ ਹੋਇਆ cosecant square ਥੀਟਾ cosecant कोसिकेंट माइनस कोस ਹਾਂ स्क्वायर। ਮਾਈਨਸ cos cot square ਦੇਖੋ ਹੁਣ sin square plus cos square 1 ਹੁੰਦਾ ਤੇ cosecant square ਥੀਟਾ minus cot square 1 ਹੁੰਦਾ ਬੱਚੇ ਕਈ ਵੇਲੇ ਕੀ ਕਰ ਦਿੰਦੇ cot square minus cosecant square 1 ਕਰ ਦਿੰਦੇ ਠੀਕ ਹੈ ਬਸ ਫਾਰਮੂਲਾ ਯਾਦ ਰੱਖੋ ਉਹਦੇ ਤੋਂ ਬਾਅਦ ਚੋਂ ਬਣਾ ਲਈ ਦਿੰਦੇ ਨਾ ਕਿ ਸਾਰੇ 6 ਦੇ 6 ਨੂੰ ਰੱਟਾ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਜੇ ਤੁਸੀਂ ਸੋਚੋ ਰੱਟਾ ਲਾਈ ਜਾਓ ਤੁਸੀਂ ਗਲਤੀ ਕਰੋਗੇ ਪਹਿਲਾਂ ਬੇਸਿਕ ਅੰਡਰਸਟੈਂਡਿੰਗ ਕਰ ਲਓ ਉਹ ਤਿੰਨ ਯਾਦ ਕਰ ਲਓ ਤਿੰਨਾਂ ਤੋਂ ਬਾਕੀ ਬਣਾ ਲਓਗੇ। ਹਾਂਜੀ ओके मैम cot square ਦਾ ਕੀ ਬਣਨਾ ਜਿੱਥੋਂ ਆਪਾਂ ਕੱਲਾ cot square ਕੱਢੀ ਕਿਉਂਕਿ cosecant square ਤਾਂ ਹੈਗਾ ਕੱਲਾ cot square ਕੱਢੀਏ ਤਾਂ ਕੀ ਬਣਨਾ मैम cot square बराबर cosecant square minus 1 ਹਾਂ cosecant square minus 1 ਠੀਕ ਹੈ ਦੋ ਇਹ ਤੋਂ ਬਣ ਗਏ। हाँ जी ਤੀਸਰਾ ਦੇਖੋ ਕੀ ਬਣਦਾ ਪਿਆ ਤੀਸਰਾ ਫਾਰਮੂਲਾ ਕੀ ਹੈ tan square ਥੀਟਾ plus 1 ਕਿਹਦੇ ਇਕੁਅਲ ਹੈਗਾ secant square ਦੇ हाँ जी मैम ਤੇ ਇਹ ਤੋਂ ਦੂਸਰੇ ਕੀ ਬਣਨਗੇ ਹੋਰ मैम जे ਆਪਾਂ tan square ਇੱਧਰ ਰੱਖਦੇ ਆ ਤੇ ਬਰਾਬਰ secant square minus 1 ਆ ਜਾਣਾ। ਹਾਂ ਬਿਲਕੁਲ ਠੀਕ ਹੈ secant square ਥੀਟਾ minus 1 ਬਣ ਗਿਆ ਜੇ मैम मैम नेक्स्ट ਦੇ ਵਿੱਚ tan माइनस कर देना। ਫਿਰ secant minus 10 ਆ ਜਾਣਾ secant ਇੱਧਰ ਪਹਿਲੇ ਪਿਆ ਹੋਇਆ tan ਉਧਰ ਲੈ ਜਾਓ secant square minus tan square ਥੀਟਾ ਠੀਕ ਹੈ ਸੋ ਇੱਕ ਤਿੰਨ ਤੋਂ ਤੁਹਾਡੇ ਕੋਲ ਅੱਗੇ ਦੋ ਹੋਰ ਬਣ ਗਏ ਤੇ ਟੋਟਲ ਕਿੰਨੇ ਫਾਰਮੂਲੇ ਲੱਗੇ 9 ਫਾਰਮੂਲੇ ਅਦਰਵਾਈਜ਼ ਬੱਚੇ ਕੀ ਕਰਦੇ ਇਹ ਫਾਰਮੂਲੇ ਦੇਖਦੇ ਆ ਫਾਰਮੂਲਾ ਰੱਟਾ ਲਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਭੁੱਲ ਜਾਂਦੇ ਆ cosecant square minus 1 ਸੀਗਾ ਕਿ cot square minus 1 ਸੀ ਕਿ ਤੇ ਕੋਣ ਕਿਹਦੇ ਬਰਾਬਰ ਸੀ ਸੋ ਇਸ ਤਰ੍ਹਾਂ ਨਹੀਂ ਕਰਨਾ ਆ ਤਿੰਨ ਰੱਖੋ ਬੇਸਿਕਲੀ ਯਾਦ ਬਾਕੀ ਉਹ ਤੋਂ ਆਪੇ ਡਿਵੈਲਪ ਕਰੋ ਇੰਨੀ ਚੀਜ਼ ਕਲੀਅਰ ਹੋਈ। हाँ जी हाँ मैम। जी मैम यस मैम ਇਸ ਮੈਜੀਕਲ ਹੈਕਸਾਗਨ ਤੋਂ ਤੁਹਾਡੇ ਚੈਪਟਰ ਦੇ ਵਿੱਚ ਮਤਲਬ 10th ਤੱਕ ਜਿੰਨੇ ਤੁਹਾਡੇ ਫਾਰਮੂਲੇ ਬਣਦੇ ਸਾਰੇ ਇਹ ਤੋਂ ਹੋ ਜਾਂਦੇ ਆ ਇੱਕ ਕੈਟਾਗਰੀ ਤੁਹਾਡੇ ਕੋਲ ਆ ਫਾਰਮੂਲਿਆਂ ਦੀ ਸੀ ਇੱਕ ਕੈਟਾਗਰੀ ਹੋਰ ਆ ਤੁਹਾਡੇ ਕੋਲ ਆਪਾਂ ਕੀ ਕਰਨਾ ਸਾਈਨ ਤੋਂ cos ਵੱਲ ਜਾਣਾ ਠੀਕ ਹੈ tan ਤੋਂ cot ਵੱਲ ਜਾਣਾ ਤੇ secant ਤੋਂ cosecant ਵੱਲ ਜਾਣਾ ਪਹਿਲਾਂ ਅਸੀਂ ਦੇਖਦੇ ਹਾਂ ਕੀ ਬਣਦਾ ਫਾਰਮੂਲਾ ਦੇਖੋ ਤੁਹਾਡੇ ਕੋਲ ਹੋਰ ਨੈਕਸਟ ਟਾਈਪ ਕਿਹੜੀ ਆਉਂਦੀ ਹੈ ਅਗਲੀ ਟਾਈਪ ਜਿਹੜੀ ਆ sin theta sin theta ਕਿਹਦੇ ਬਰਾਬਰ ਹੁੰਦਾ sin cos ਇੱਧਰ ਗਿਆ ਨਾ cos 90 minus theta ਦੇ ਬਰਾਬਰ ਹੁੰਦਾ हाँ ਠੀਕ ਹੈ हाँ जी हाँ जी मैम ਠੀਕ ਹੈ ਇਹ ਇਧਰੋਂ ਇੱਧਰ ਚੱਲ ਜਾਓ ਜਾਂ ਇਧਰੋਂ ਇੱਧਰ ਚੱਲ ਜਾਓ ਦੋਨੋਂ ਪਾਸੇ ਐਰੋ ਆ ਤੇ cos हाँ जी ਤੇ cos theta ਜਿਹੜਾ ਉਹ ਕਿਹਦੇ ਬਰਾਬਰ ਹੁੰਦਾ sin 90 sin
ठीक है, पहली लाइन तो दोनों फार्मूले बन गए। हाँ जी। अदरवाइज मैं ਕੀ ਕਰਦੀ ਹੁੰਦੀ ਹਾਂ, ਜਿੱਧਰੋਂ ਸ਼ੁਰੂ ਹੁੰਦਾ sin 90 minus theta is equal to cos theta ਤੇ cos 90 minus theta is equal to sin theta। tan 90 minus theta ਕਿਹਦੇ ਬਰਾਬਰ ਹੁੰਦਾ cot theta ਤੇ cot 90 minus theta ਕਿਹਦੇ ਬਰਾਬਰ ਹੁੰਦਾ tan theta ਦੇ। ਠੀਕ ਹੈ, ਇਹ ਤੋਂ ਦੋ ਬਾਰ tan theta ਹੁਣ ਦੇਖੋ tan theta ਇਹ ਕਿਹਦੇ ਬਰਾਬਰ ਹੋ ਗਿਆ cot theta ਦੇ। ठीक है, tan 90 minus theta के बराबर हो गया cot theta दे ते cot 90 minus के बराबर होना tan theta ਦੇ cot 90 minus theta के बराबर बन गया tan theta। फिर बनना अगला की है secant 90 minus theta के बराबर होगा हाँ जी। तो secant theta दे ते सिमिलरली हाँ जी, कोसेकेंट तो secant 90 माइनस थीटा बराबर सेकंड थीटा। तो secant 90 minus theta के इक्वल बन गया secant theta दे। ਇਹ ਵਾਲੇ ਫਾਰਮੂਲੇ ਹੀ ਹੈ ਬਸ ਮੇਨ ਜਿਹੜੇ ਆ, ਬਾਕੀ ਕੋਈ ਛੋਟਾ ਮੋਟਾ ਰਹਿ ਗਿਆ ਹੋਵੇ ਤਾਂ ਉਹ ਅਸੀਂ ਕੁਐਸਚਨ ਕਰਨੇ ਤਾਂ ਆ ਹੀ ਜਾਣਾ। ਬਸ ਇਹ ਇਹਨਾਂ ਦੇ ਬੇਸ ਦੇ ਉੱਪਰ ਹੀ ਤੁਹਾਡੇ ਕੁਐਸਚਨ ਹੁੰਦੇ ਆ। ਜਿਹੜੀ ਪਹਿਲੀ ਟਾਈਪ ਟ੍ਰਿਗਨੋਮੈਟਰੀ ਦਾ ਚੈਪਟਰ ਤੁਹਾਡਾ ਇਹਨੂੰ ਫਾਈਂਡ ਆਊਟ ਕਰਨਾ। ਠੀਕ ਹੈ, ਕੋਸੈਕੈਂਟ 59 ਮਾਈਨਸ secant 31 ਇਹਦਾ ਕੀ, ਇਹਦਾ ਸਿੰਪਲ ਹੈ, ਬਹੁਤ ਸਿੰਪਲ ਹੈ। ਤੁਹਾਨੂੰ ਅੱਗੇ ਥੋੜਾ ਲੈਵਲ ਇਹਦਾ ਆਣਾ ਵਾ ਕੁਐਸਚਨ ਦਾ, ਤੁਸੀਂ ਸਿੰਪਲ ਸਮਝੋ ਇਹਨੂੰ ਅਸੀਂ ਕਰਨਾ ਕਿੱਦਾਂ। ਹੁਣ ਦੇਖੋ ਇਹਦੇ ਵਿੱਚ ਕੀ ਆ, ਕੋਸੈਕੈਂਟ ਤੇ secant ਦਾ ਰਿਲੇਸ਼ਨ ਗੱਲ ਕਰਦੇ ਪਏ ਆ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ secant 90 ਮਾਈਨਸ ਥੀਟਾ ਕਰ ਲਈਏ ਚਾਹੇ secant 90 ਮਾਈਨਸ ਥੀਟਾ ਕਰ ਲਈਏ ਤੇ ਜਿਹੜਾ ਸੇਮ ਹੁੰਦਾ ਕੋਸੈਕੈਂਟ 90 ਮਾਈਨਸ ਥੀਟਾ ਕਿਹਦੇ ਇਕੁਅਲ ਹੁੰਦਾ secant ਥੀਟਾ ਦੇ ਇਕੁਅਲ ਹੁੰਦਾ। ਠੀਕ ਹੈ, ਹੁਣ ਸਾਡੇ ਕੋਲ ਇੱਥੇ ਕੀ ਹੈ ਕੋਸੈਕੈਂਟ 59 ਹੈ ਤੇ secant 31। ਹਾਂਜੀ ਹੁਣ ਤੁਸੀਂ ਕੀ ਕਰਨਾ, ਹਾਂਜੀ ਇੱਕ ਚੀਜ਼ ਨੂੰ ਛੇੜਨਾ, ਚਾਹੇ ਤਾਂ ਕੋਸੈਕੈਂਟ ਨੂੰ ਤੇ ਚਾਹੇ secant ਨੂੰ ਛੱਡੋ। ਠੀਕ ਹੈ, ਮੰਨ ਲਓ ਕਿ ਆਪਾਂ ਲਿਖਦੇ ਪਏ ਆ ਕੋਸੈਕੈਂਟ, ਇਹਨੂੰ ਐਜ਼ ਇਟ ਇਜ਼ ਹੀ ਰਹਿਣ ਦਿਓ ਫਿਲਹਾਲ ਤਾਂ। ਇੱਥੇ ਹੈਗਾ 59, ਅਸੀਂ ਕੀ ਬਣਾਉਣਾ ਹਾਂਜੀ secant ਹੈ ਤੇ secant 'ਚ ਹੀ ਆਂਸਰ ਆਉਣਾ ਚਾਹੀਦਾ। ਹੁਣ ਕੋਸੈਕੈਂਟ ਸਾਡੇ ਕੋਲ ਪਿਆ ਹੋਇਆ, ਅਸੀਂ ਇਹਨੂੰ ਲਿਖਣਾ 90 ਮਾਈਨਸ ਥੀਟਾ ਦੀ ਫਾਰਮ 'ਚ। 90 ਚੋਂ ਕੀ ਮੈਮ ਇਹਦਾ 0 ਆਨਸਰ ਆਣਾ। ਹਾਂ 0 ਆਣਾ। 90 ਚੋਂ ਕੀ ਮਾਈਨਸ ਕਰੀਏ ਕਿ 59 ਬਣੇ मैम 31 ਮੈਮ 31 31 90 ਚੋਂ 31 ਅਸੀਂ ਹਾਂਜੀ ਕਿੰਨਾ ਦੇਖੋ ਬੇਟਾ 90 ਮਾਈਨਸ, ਪਹਿਲਾਂ ਮੈਂ ਕੁਐਸਚਨ ਕੰਪਲੀਟ ਕਰਵਾਉਣੀ ਫਿਰ ਤੁਹਾਨੂੰ ਦੱਸਦੀ ਆ ਇਹਨੂੰ ਸੋਚਣ ਦਾ ਤਰੀਕਾ। secant 90 ਮਾਈਨਸ 31 ਹੋ ਗਿਆ। ਹੁਣ secant 90, ਹੁਣ ਦੇਖੋ ਫਾਰਮੂਲਾ ਲੱਗਦਾ ਕਿੱਦਾਂ ਹੁੰਦਾ। ਇਹ ਬਣ ਗਿਆ ਤੁਹਾਡੇ ਕੋਲ ਹਾਂਜੀ ਫਾਰਮੂਲਾ ਕੀ ਬਣਿਆ, ਕੋਸੈਕੈਂਟ 90 ਮਾਈਨਸ ਥੀਟਾ ਕਿਹਦੇ ਇਕੁਅਲ ਹੁੰਦਾ ਇਹ secant ਥੀਟਾ ਦੇ। ਇਹਦਾ ਮਤਲਬ secant theta 90 ਆ ਗਿਆ 90, ਥੀਟਾ ਦੀ ਜਗ੍ਹਾ ਤੇ ਇੱਥੇ ਕਿੰਨਾ 31। ਹਾਂਜੀ ਜਿਹੜਾ ਇੱਥੇ ਐਂਗਲ ਹੁੰਦਾ ਉਹੀ ਬਾਹਰ ਆਉਂਦਾ ਹੈ। ਕੋਸੈਕੈਂਟ secant 'ਚ ਬਦਲ ਜਾਂਦਾ, ਜਿਹੜਾ ਐਂਗਲ ਜਿੰਨਾ ਦਿੱਤਾ ਹੁੰਦਾ 31 ਉਹ ਇਹਦੇ ਨਾਲ ਲੱਗ ਜਾਂਦਾ। ਹੁਣ ਇਹਦਾ ਮਤਲਬ ਕੀ ਹੋਇਆ, ਜਿਹੜਾ ਸਾਡੇ ਕੋਲ ਕੋਸੈਕੈਂਟ 90 ਮਾਈਨਸ 31 ਹੈ ਇਹਨੇ ਕਿਹਦੇ ਇਕੁਅਲ ਬਣਨਾ, ਕੋਸੈਕੈਂਟ ਨੇ ਕਿਹ 'ਚ ਬਦਲ ਜਾਣਾ secant 'ਚ ਤੇ ਥੀਟਾ 59 secant 31। ਠੀਕ ਹੈ, ਹੁਣ ਸਮਝ ਆਈ ਫਾਰਮੂਲੇ ਦੀ ਕੀ ਹੁੰਦਾ 90 ਮਾਈਨਸ ਥੀਟਾ ਤੇ ਜੀ ਮੈਮ। ਜਿਹੜਾ ਐਂਗਲ ਹੁੰਦਾ ਉਹ ਬਾਹਰ ਆਉਂਦਾ ਹੁੰਦਾ ਪਿੱਛੇ। ਹਾਂਜੀ 90 ਮਾਈਨਸ 31 ਕਿਹਦੇ ਇਕੁਅਲ ਬਣ ਗਈ secant 31। ਹੁਣ ਆ secant ਹਾਂਜੀ ਇੱਥੇ ਪੁੱਟ ਕਰ ਦਿਓ, ਅਸੀਂ ਇਹਨੂੰ ਸੋਲਵ ਕਰਦੇ ਪਏ ਸੀ। ਹੁਣ ਆ ਚੀਜ਼ ਕੀ ਬਣ ਗਈ, ਕੋਸੈਕੈਂਟ 90 ਮਾਈਨਸ 31 ਕਿਹਦੇ ਇਕੁਅਲ ਬਣ ਗਿਆ secant 31 ਆਲਰੇਡੀ ਕੀ ਪਿਆ ਹੋਇਆ ਤੁਹਾਡੇ ਕੋਲ secant 31। ਮੈਮ secant 31 secant ਚੋਂ secant 31 ਚੋਂ secant 31 ਦੇਖੋ ਸਿੱਧੀ ਜਿਹੀ ਗੱਲ ਆ, ਜਿਹਦਾ ਤੁਸੀਂ ਕਹਿੰਦੇ ਹੁੰਦੇ ਨੇ ਕਿ 2 ਮਾਈਨਸ 2 ਕਿਹਦੇ ਇਕੁਅਲ ਹੁੰਦਾ 0। ਸਿਮਿਲਰਲੀ secant 31 ਵਿੱਚ ਨਿਸ਼ਾਨ ਮਾਈਨਸ ਦਾ ਤੇ ਆਨਸਰ ਕਿਹਦੇ ਇਕੁਅਲ ਆਣਾ 0 ਦੇ। ਸਮਝ ਆਈ ਪਹਿਲਾਂ ਕਿੱਦਾਂ ਆਇਆ ਆਨਸਰ 0। 0 हाँ जी मैम ਪਤਾ ਕੀ ਕਰੀ ਹੁੰਦਾ, ਇਹਨੂੰ ਤਾਂ ਅਸੀਂ ਛੇੜਨਾ ਹੀ ਨਹੀਂ। ਕੋਸੈਕੈਂਟ ਨੂੰ ਐਜ਼ ਇਟ ਇਜ਼ ਲਿਖਿਆ, 90 ਦੇ ਹਾਂਜੀ ਸੈਕਿੰਡ ਵਾਲਾ ਐਂਗਲ ਮਾਈਨਸ ਕਰ ਦਿੱਤਾ ਹੁੰਦਾ, ਉਹੀ ਬਣਦਾ ਹੁੰਦਾ ਹਮੇਸ਼ਾ। ਔਰ ਇਦਾਂ ਦੇ ਕੁਐਸਚਨ ਦੇ ਵਿੱਚ ਆਨਸਰ ਜਿਹੜਾ 0 ਹੀ ਹੁੰਦਾ। 59 ਦੇਖੋ ਨਾ ਇਸ ਚੀਜ਼ ਨੂੰ ਹਾਂਜੀ ਲਿਖਿਆ ਆ 59 ਨੂੰ ਅਸੀਂ ਕਿੱਦਾਂ ਲਿਖ ਦਿੱਤਾ 90 ਮਾਈਨਸ 31। 59 ਨੂੰ ਅਸੀਂ ਇਦਾਂ ਲਿਖਿਆ, ਹਾਂਜੀ 90 ਮਾਈਨਸ 31 ਕਰਾਂਗੇ ਤਾਂ 59 ਬਣੇਗਾ। ਹਾਂਜੀ ਜ਼ੋਰਾਵਰ ਸਿੰਘ ਨੂੰ ਕੋਈ ਹੈ ਡਾਊਟ, ਸਮਝ ਆਈ ਹੈ?
ਹਾਂਜੀ ਮੈਮ 90 ਦੇ ਵਿੱਚੋਂ ਆ ਪਿਛਲੇ ਵਾਲਾ ਐਂਗਲ ਮਾਈਨਸ ਕਰ ਦਿਓ। माइनस ਦੇਖੋ ਤਾਂ 90 ਚੋਂ 42 ਮਾਈਨਸ ਕੀਤੇ 48 ਨਹੀਂ ਹੁੰਦਾ। हाँ जी मैम ਹਾਂਜੀ cos ਨੂੰ ਇੱਥੇ ਲਿਖੋ, ਇਹਨੂੰ ਚੇਂਜ ਕਰਨਾ ਅਸੀਂ 90 ਚੋਂ ਕੀ ਮਾਈਨਸ ਕਰ ਦਿਓ 42 ਜਿਹੜਾ ਦਿੱਤਾ ਹੁੰਦਾ, ਫਿਰ ਮਾਈਨਸ ਕੀ ਦਿੱਤਾ ਹੋਇਆ ਤੁਹਾਡੇ ਕੋਲ sin 42 ਡਿਗਰੀ cos 90 ਮਾਈਨਸ ਥੀਟਾ, ਇਹ ਕੀ ਬਣਦਾ ਹੁੰਦਾ sin ਥੀਟਾ, ਥੀਟੇ ਦੀ ਜਗ੍ਹਾ ਤੇ ਕਿੰਨਾ ਇੱਥੇ 42 sin 42 ਤੇ ਆ ਕੇ ਤੁਹਾਡੇ ਕੋਲ ਮਾਈਨਸ sin 42 sin ਚੋਂ ਆਪ ਇੱਕ ਪਲੱਸ ਦਾ ਇੱਕ ਮਾਈਨਸ ਆਂਸਰ ਕੀ ਬਣ ਗਿਆ 0 ਡਿਗਰੀ। ये कुछ आप ट्राई करोगे। ਹੁਣ ਅਗਲਾ क्वेश्चन देखोगी ये sin 16 over cos 74। ਇਸ ਕੇਸ ਦੇ ਵਿੱਚ ਦੇਖੋ ਕੀ ਕਰਨਾ ਹੁੰਦਾ, ਇਸ ਕੇਸ ਦੇ ਵਿੱਚ ਵੀ ਅਸੀਂ ਇੱਕ ਚੀਜ਼ ਨੂੰ ਹਿਲਾਣਾ ਹੁੰਦਾ, ਦੂਸਰੀ ਨੂੰ ਨਹੀਂ ਛੇੜਨਾ। ਦੋਨਾਂ ਨੂੰ ਜੋੜ ਕੇ ਦੇਖੋ 74 ਤੇ 16 ਕਿੰਨਾ ਬਣਦਾ ਪਿਆ ਮੈਮ 90 90 ਬਣਦਾ ਨਾ। ਹੁਣ ਇਹਦੇ ਵਿੱਚ ਵੀ ਇਦਾਂ ਹੀ ਕਰਨਾ, ਜਿਹੜੇ ਮਰਜ਼ੀ ਨੂੰ ਲਿਖ ਲਓ ਐਂਗਲ ਨੂੰ, ਚਾਹੇ ਤਾਂ 16 ਨੂੰ ਬਣਾ ਲਓ ਚਾਹੇ 69 ਨੂੰ 74 ਨੂੰ ਬਣਾ ਲਓ। ਜੇ ਤੁਸੀਂ 16 ਨੂੰ ਬਣਾਓਗੇ ਤਾਂ ਕੀ ਕਰੋਗੇ 90 ਦੇ ਵਿੱਚੋਂ ਦੂਸਰਾ ਐਂਗਲ ਮਾਈਨਸ ਕਰ ਦਿਓ 74 90 ਮਾਈਨਸ 74 90 ਮਾਈਨਸ 74 ਕਿੰਨੇ ਹੁੰਦੇ 16 ਤੇ हाँ जी ਨੀਚੇ ਵਾਲੇ ਨੂੰ ਨਹੀਂ ਫਿਰ ਛੇੜਨਾ, ਇਹਨੂੰ ਇੱਦਾਂ ਹੀ ਰੱਖ ਲਓ। sin 90 ਮਾਈਨਸ ਥੀਟਾ ਕਿਹਦੇ ਬਰਾਬਰ ਹੁੰਦਾ cos ਥੀਟਾ ਦੇ, cos ਲਿਖ ਕੇ ਥੀਟਾ ਕਿਹੜਾ ਆ 74 ਹੈ 74 ਤੇ ਨੀਚੇ ਵੀ ਕੀ ਆ 74 ਆ ਤੇ ਆ 74 ਆਨਸਰ ਮੈਮ ਇੱਕ ਆਂਸਰ ਆ ਗਿਆ। ਠੀਕ ਹੈ। ਇਦਾਂ ਦੇ ਕੁਐਸਚਨ ਜਿਹੜੇ ਹੁੰਦੇ ਇਹਨਾਂ ਦਾ ਆਨਸਰ 0 ਹੁੰਦਾ, ਇਦਾਂ ਦੇ ਦਾ 1 ਹੁੰਦਾ।